ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਗਿਆ। ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਵੀ ਸੰਦੇਸ਼ ਦਿੱਤਾ ਗਿਆ। ਗੁਰੂ ਰੂਪ ਖਾਲਸਾ ਜੀ ਬੰਦੀ ਛੋੜ ਦਿਹਾੜੇ ਦੀਆਂ ਸਮੂਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ। ਖਾਲਸਾ ਜੀਓ, ਇਤਿਹਾਸ 'ਚ ਪੂਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਅਤੇ ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਇੱਕ ਇਤਿਹਾਸਕ ਵਿਲੱਖਣਤਾ ਵਾਲਾ ਅੰਤਰ ਵੇਖਣ ਨੂੰ ਮਿਲਦਾ ਹੈ। ਬੰਦੀ ਛੋੜ ਦਿਹਾੜੇ ਮੌਕੇ ਇਸ ਵਿਲੱਖਣਤਾ ਦੇ ਇਤਿਹਾਸ ਦੀ ਪੜਚੋਲ ਕਰਨੀ ਸਾਡੇ ਸਭਨਾਂ ਲਈ ਅਹਿਮ ਵੀ ਹੈ ਅਤੇ ਲਾਜ਼ਮੀ ਵੀ ਕਿ ਅੱਜ ਖਾਲਸਾ ਪੰਥ ਕਿੱਥੇ ਖੜਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਯੂਨਾਨੀ ਬਾਦਸ਼ਾਹ ਮਹਾਨ ਸਿਕੰਦਰ ਤੋਂ ਲੈ ਕੇ ਛੋਟੇ ਵੱਡੇ ਵਿਦੇਸ਼ੀ ਹਮਲਾਵਰ ਭਾਰਤੀ ਉਪ ਮਹਾਦੀਪ ਦੀ ਸੀਮਾ ਦੇ ਅੰਦਰ ਬੜੀ ਆਸਾਨੀ ਦੇ ਨਾਲ ਦਾਖਲ ਹੁੰਦੇ, ਲੁੱਟ-ਮਾਰ ਕਰਦੇ, ਕਤਲੇਆਮ ਕਰਕੇ ਅਜੇਤੂ ਰੂਪ ਦੇ ਵਿੱਚ ਵਾਪਸ ਚਲੇ ਜਾਂਦੇ। ਇਹ ਵਰਤਾਰਾ ਸਦੀਆਂ ਤੋਂ ਲਗਾਤਾਰ ਚੱਲਦਾ ਰਿਹਾ। ਇਹਨਾਂ ਹਮਲਾਵਰਾਂ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸ਼ਕਤੀਆਂ ਨਿਰਬਲ, ਈਰਖਾਲੂ ਅਤੇ ਵੰਡੀਆਂ ਹੋਈਆਂ ਸਨ। ਭਾਰਤੀ ਉਪ ਮਹਾਦੀਪ ਉੱਤੇ ਜਕੜ ਬਣਾਈ ਬੈਠੀਆਂ ਇਹਨਾਂ ਹੀ ਸ਼ਕਤੀਆਂ ਨੇ ਇਸ ਖਿੱਤੇ ਦੀ ਅੰਦਰੂਨੀ ਸ਼ਕਤੀ ਨੂੰ ਅਧਿਆਤਮਕ ਫਿਲਾਸਫੀ ਅਤੇ ਸਮਾਜਿਕ ਜੀਵਨ ਦੇ ਖੇਤਰ 'ਚ ਜਾਤ-ਪਾਤ, ਛੂਆ-ਛਾਤ, ਧਾਰਮਿਕ ਕਰਮ-ਕਾਂਡ, ਪਾਖੰਡ, ਰੀਤੀ ਰਿਵਾਜ਼ਾਂ ਦੇ ਆਧਾਰ ਦੇ ਉੱਤੇ ਵੰਡ ਕੇ ਗੁਲਾਮੀ ਅਤੇ ਬਰਬਾਦੀ ਦੇ ਰਸਤੇ ਦੇ ਉੱਤੇ ਤੋਰਿਆ ਹੋਇਆ ਸੀ। ਇਤਿਹਾਸ ਦਾ ਅਧਿਐਨ ਸੰਕੀਰਣਤਾ ਬੁੱਧ ਤੋਂ ਹਟ ਕੇ ਵਿਵੇਕ ਬੁੱਧ ਨਾਲ ਕਰਨ ਦੀ ਵੱਡੀ ਲੋੜ ਹੈ। ਸਿੱਖ ਲਹਿਰ ਨੇ ਭਾਰਤੀ ਉਪ ਮਹਾਦੀਪ ਦੇ ਇਤਿਹਾਸ ਨੂੰ ਜੋ ਮਹਾਨ ਨਾਇਕ ਦਿੱਤੇ, ਉਹਨਾਂ ਦੀਆਂ ਜੁਝਾਰੂ ਨੀਤੀਆਂ ਸਦਕਾ ਹੀ ਇਸ ਖਿੱਤੇ ਦੇ ਲੋਕਾਂ ਨੂੰ ਆਜ਼ਾਦੀ ਦਾ ਅਹਿਸਾਸ ਹੋਇਆ। ਗੁਰੂ ਸਾਹਿਬਾਨ ਨੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਕਾਲ ਤੱਕ ਦੇ ਹਮਲਿਆਂ ਦਾ ਕੇਵਲ ਡਟ ਕੇ ਵਿਰੋਧ ਹੀ ਨਹੀਂ ਕੀਤਾ, ਬਲਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤਾਂ ਦਿੱਤੀਆਂ ਅਤੇ ਜੰਗ ਦੇ ਮੈਦਾਨ 'ਚ ਲੜਾਈਆਂ ਲੜੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਖਿੱਤੇ ਦੇ ਲੋਕਾਂ ਨੂੰ ਮੀਰੀ ਪੀਰੀ ਦਾ ਸੰਕਲਪ ਦਿੱਤਾ। ਦਿੱਲੀ ਤਖਤ ਦੇ ਬਰਾਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਸਿੱਖਾਂ ਨੂੰ ਦਸਤਾਰ ਸਜਾਉਣ, ਹਥਿਆਰ ਤੇ ਘੋੜੇ ਰੱਖਣ ਦਾ ਸੰਦੇਸ਼ ਦਿੱਤਾ, ਜਿਨ੍ਹਾਂ ਉੱਤੇ ਤਤਕਾਲੀ ਹੁਕਮਰਾਨਾਂ ਨੇ ਆਮ ਲੋਕਾਈ ਲਈ ਪਾਬੰਦੀਆਂ ਲਾ ਰੱਖੀਆਂ ਸਨ। ਸਿੱਖ ਕੌਮ ਵੱਲੋਂ ਹਰ ਸਾਲ ਦੀਵਾਲੀ ਮੌਕੇ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਹਦਾ ਚਿੰਤਨ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਦਿਹਾੜਾ ਕਿਉਂ ਮਨਾਉਂਦੇ ਆ ਰਹੇ ਹਾਂ। ਦੀਵਾਲੀ ਦੇ ਸਿਰਫ ਕੁਝ ਚਿਰ ਲਈ ਬਲਦੇ ਦੀਵਿਆਂ ਅਤੇ ਕਰਮ ਕਾਂਡ ਨਾਲੋਂ ਗੁਰਬਾਣੀ ਦੀ ਰੌਸ਼ਨੀ ਵਿੱਚ ਪ੍ਰਾਪਤ ਹੋਏ ਹਿਰਦੇ ਦਾ ਸੁਖਮਈ ਪ੍ਰਕਾਸ਼ ਅਕਹਿ ਅਤੇ ਅਸੀਮ ਹੈ। ਸਿੱਖ ਫਲਸਫੇ 'ਚ ਜਿਨ੍ਹਾਂ ਸਦਗੁਣਾਂ ਦਾ ਵਰਣਨ ਆਉਂਦਾ ਹੈ, ਉਹ ਬਦੀ ਦੇ ਰਸਤੇ ਉੱਤੇ ਤੁਰੇ ਹੋਏ ਹੁਕਮਰਾਨਾਂ ਨੂੰ ਵੀ ਨੇਕੀ ਦੇ ਰਸਤੇ ਉੱਤੇ ਲਿਆਉਣ ਲਈ ਸਮਰੱਥਾ ਰੱਖਦੇ ਹਨ। ਇਸ ਨਾਲ ਜੁੜਨ ਲਈ ਹਰ ਸਿੱਖ, ਖਾਸ ਕਰਕੇ ਨੌਜਵਾਨ ਸਿੱਖ ਪੀੜ੍ਹੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਇਹ ਅਹਿਸਾਸ ਉਸ ਮੌਕੇ ਹੋਰ ਵੀ ਜ਼ਰੂਰੀ ਤੇ ਚੁਣੌਤੀਆਂ ਭਰਿਆ ਬਣ ਜਾਂਦਾ ਹੈ ਜਦੋਂ ਮੁੜ ਤੋਂ ਦੇਸ਼ ਦੇ ਅੰਦਰ ਧਰਮ, ਭਾਸ਼ਾ, ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਸੱਭਿਆਚਾਰ ਵਾਲੀ ਕੁਦਰਤੀ ਵੰਨ-ਸੁਵੰਨਤਾ ਨੂੰ ਖਤਮ ਕਰਕੇ ਇੱਕ ਸਾਰਤਾ ਲਿਆਉਣ ਦੇ ਨਾਂ ਹੇਠ ਜ਼ਬਰ ਤੇ ਜ਼ੁਲਮ, ਵਿਤਕਰੇਬਾਜ਼ੀ ਦੀ ਲਹਿਰ ਤੇਜ਼ ਹੋਣ ਲੱਗੇ। ਜਦੋਂ ਘੱਟ ਗਿਣਤੀਆਂ, ਅਨੁਸੂਚਿਤ ਵਰਗਾਂ, ਆਦੀਵਾਸੀਆਂ ਸਮੇਤ ਹਰ ਆਮ ਨਾਗਰਿਕ ਦੇ ਬੋਲਣ, ਪੜ੍ਹਨ ਅਤੇ ਲਿਖਣ ਦੇ ਅਧਿਕਾਰ ਖੋਏ ਜਾ ਰਹੇ ਹੋਣ, ਅਸਹਿਮਤੀ ਦੀ ਆਵਾਜ਼ ਨੂੰ ਰਾਜਸੀ ਤਾਕਤ ਦੇ ਜ਼ੋਰ ਨਾਲ ਬੰਦ ਕਰਵਾਇਆ ਜਾ ਰਿਹਾ ਹੋਵੇ, ਨਵੇਂ ਕਾਲੇ ਕਾਨੂੰਨ ਲਿਆ ਕੇ ਬੁੱਧੀਜੀਵੀਆਂ ਸਮੇਤ ਆਮ ਨਾਗਰਿਕਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਪ੍ਰਕਿਰਿਆ 'ਚ ਵਾਧਾ ਹੋਣਾ, ਚਿੰਤਾਜਨਕ ਵਰਤਾਰਾ ਵਾਪਰ ਰਿਹਾ ਹੋਵੇ, ਸਿੱਖ ਕੈਦੀਆਂ ਨੂੰ 35-35 ਸਾਲਾਂ ਤੋਂ ਜੇਲ੍ਹਾਂ 'ਚ ਬੰਦੀ ਬਣਾ ਕੇ ਰੱਖਿਆ ਗਿਆ ਹੋਵੇ। ਅਸੀਂ 2020 'ਚ ਬੰਦੀ ਛੋੜ ਦਿਹਾੜਾ ਉਸ ਮੌਕੇ ਮਨਾ ਰਹੇ ਹਾਂ ਜਦੋਂ ਭਾਰਤ ਦੇ ਹਰ ਕਿਸਾਨ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ, ਬੱਚੇ, ਬੀਬੀਆਂ, ਭੈਣਾਂ ਤੇ ਨੌਜਵਾਨ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਰਣ ਮੈਦਾਨ ਵਿੱਚ ਉਤਰੇ ਹੋਏ ਹੋਣ। ਖਾਲਸਾ ਪੰਥ ਦਾ ਇਤਿਹਾਸ ਗਵਾਹ ਹੈ 300 ਸਾਲ ਪਹਿਲਾਂ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਨ੍ਹਾਂ ਹਲ ਵਾਹਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਅੱਜ ਉਹਨਾਂ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਅਤੇ ਉਪਜ ਤੇ ਸਰਮਾਏਦਾਰੀ ਧਿਰ ਨੂੰ ਹਾਵੀ ਕਰਨ ਦੇ ਲਈ ਵਰਤਮਾਨ ਹੁਕਮਰਾਨ ਯਤਨਸ਼ੀਲ ਹਨ। ਬੰਦੀ ਛੋੜ ਦਿਹਾੜੇ ਮੌਕੇ ਸਮੁੱਚਾ ਖਾਲਸਾ ਪੰਥ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਪੀੜਤ ਧਿਰ ਨੂੰ ਕੇਵਲ ਇਹ ਵਿਸ਼ਵਾਸ ਨਾ ਦਿਵਾਏ ਕਿ ਪੰਥ ਦੀ ਸ਼ਕਤੀ ਉਹਨਾਂ ਨਾਲ ਖੜੀ ਹੈ, ਬਲਕਿ ਇਸ ਅੰਦੋਲਨ ਦੀ ਢਾਲ ਬਣ ਕੇ ਇਹ ਲੜਾਈ ਲੜਨ ਲਈ ਅੱਗੇ ਆਵੇ। ਖਾਲਸਾ ਜੀਓ, ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਦੇ ਚਾਰੇ ਕੋਨੇ ਪਿਛਲੇ ਸਮੇਂ ਤੋਂ ਕੋਵਿਡ-19 ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ। ਇਸ ਔਖੀ ਘੜੀ 'ਚ ਲੋੜਵੰਦਾਂ ਦੀ ਮਦਦ ਲਈ ਨਿਭਾਈਆਂ ਗਈਆਂ ਸੇਵਾਵਾਂ ਲਈ ਸਮੂਹ ਖਾਲਸਾ ਪੰਥ ਵਧਾਈ ਦਾ ਪਾਤਰ ਹੈ, ਜਿਸ ਨੇ 21ਵੀਂ ਸਦੀ 'ਚ ਦੁਨੀਆ ਉੱਤੇ ਆਏ ਹੋਏ ਸੰਕਟ ਕਾਲ ਦੌਰਾਨ ਦੇਸ਼ ਵਿਦੇਸ਼ ਦੇ ਵਿੱਚ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ ਦੇ ਗੁਰੂ ਸਾਹਿਬਾਨ ਦੇ ਸਿਧਾਂਤ ਅਨੁਸਾਰ ਹਰ ਲੋੜਵੰਦ ਇਨਸਾਨ ਦੀ ਤਾਨ ਮਨ ਧਨ ਦੇ ਨਾਲ ਮਦਦ ਕੀਤੀ। ਸਿੱਖ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਨਿਭਾਈਆਂ ਇਹਨਾਂ ਸੇਵਾਵਾਂ ਸਦਕਾ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਸਿੱਖ ਕੌਮ ਵੱਲ ਖਿੱਚਿਆ ਗਿਆ ਅਤੇ ਵਿਦੇਸ਼ਾਂ ਦੇ ਅੰਦਰ ਸਿੱਖ ਕੌਮ, ਧਰਮ ਅਤੇ ਮਹਾਨ ਗੁਰਦੁਆਰਾ ਸੰਸਥਾ ਬਾਰੇ ਜਾਣਨ ਲਈ ਇੱਕ ਜਗਿਆਸਾ ਦੀ ਲਹਿਰ ਪੈਦਾ ਹੋ ਗਈ। ਖਾਲਸਾ ਪੰਥ ਦੇ ਨਿਆਰੇ ਸਿਧਾਂਤ ਅਤੇ ਸੰਸਥਾਵਾਂ ਦੀ ਮਜ਼ਬੂਤੀ ਲਈ ਭਵਿੱਖ 'ਚ ਵੀ ਹਰ ਮਾਈ ਭਾਈ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਹਿਰੇਦਾਰ ਬਣ ਕੇ ਰਹਿਣਾ ਚਾਹੀਦਾ ਹੈ। ਅੰਤ ਦੇ ਵਿੱਚ ਇੱਕ ਵਾਰ ਫੇਰ ਸਮੂਹ ਗੁਰੂ ਖਾਲਸਾ ਪੰਥ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਸ ਦਿਹਾੜੇ ਸਮੇਂ ਆਪਣੇ ਘਰਾਂ ਦੇ ਆਲੇ ਦੁਆਲੇ ਦਾ ਨੂੰ ਰਸਾਉਣ ਦੇ ਨਾਲ ਨਾਲ ਆਪਣੇ ਹਿਰਦੇ ਅੰਦਰ ਵੀ ਸ਼ਬਦ ਗੁਰੂ ਦਾ ਪ੍ਰਕਾਸ਼ ਕਰਨ ਲਈ ਦ੍ਰਿੜ ਹੋਈਏ। ਅੱਜ ਦੇ ਦਿਹਾੜੇ ਤੇ ਮੈਂ ਮੌਜੂਦਾ ਸਮੇਂ ਕਿਸਾਨੀ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੀ ਸਖਤ ਨਿੰਦਾ ਕਰਦਾ ਹਾਂ। ਕੇਂਦਰ ਸਰਕਾਰ ਦਾ ਇਹ ਰਵੱਈਆ ਗੁਰੂ ਸਾਹਿਬਾਨ ਤੇ ਕਿਰਤ ਦੇ ਸਿਧਾਂਤ ਨੂੰ ਸਮਰਪਿਤ ਕਿਸਾਨਾਂ ਨੂੰ ਦਬਾਉਣ ਵਾਲਾ ਹੈ। ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਕਿਸਾਨੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਅੰਗ ਸੰਗ ਸਹਾਈ ਹੋਣ ਅਤੇ ਇਹ ਆਸ ਵੀ ਕਰਦਾ ਹਾਂ ਕਿ ਬੰਦੀ ਛੋੜ ਦੇ ਸੰਕਲਪ ਅਨੁਸਾਰ ਗੁਰੂ ਸਾਹਿਬ ਕਿਸਾਨਾਂ ਨੂੰ ਕੇਂਦਰ ਦੇ ਹਾਕਮਾਂ ਦੇ ਧੱਕੇਸ਼ਾਹੀ ਵਿਰੁੱਧ ਸਫਲਤਾ ਜ਼ਰੂਰ ਬਖਸ਼ਣਗੇ।